ਦੋਸਤੋ ਪੰਜਾਬੀ ਟ੍ਰਿਬਿਊਨ ਦੇ ਪ੍ਰੋਗਰਾਮ ਵੇਲੇ ਦੀ ਗੱਲ ਵਿੱਚ ਤੁਹਾਡਾ ਸਵਾਗਤ ਹੈ। ਮੈਂ ਆਤਿਸ਼ ਗੁਪਤਾ ਤੁਹਾਡੇ ਸਾਹਮਣੇ ਹਾਜ਼ਰ ਹਾਂ ਤੇ ਅੱਜ ਅਸੀਂ ਗੱਲ ਕਰਾਂਗੇ ਕਿਸਾਨ ਮਜ਼ਦੂਰ ਅੰਦੋਲਨ ਅਤੇ ਰਾਜਨੀਤੀ ਨੂੰ ਲੈ ਕੇ, ਜਿਸ ਲਈ ਸਾਡੇ ਨਾਲ ਵਿਸ਼ੇਸ਼ ਤੌਰ ਤੇ ਹਾਜ਼ਰ ਨੇ ਪੰਜਾਬੀ ਟ੍ਰਿਬਿਊਨ ਦੇ ਨਿਊਜ਼ ਕੋਆਰਡੀਨੇਟਰ ਸ਼੍ਰੀ ਹਮੀਰ ਸਿੰਘ ਜੀ। ਸਰ, ਤੁਹਾਡਾ ਬਹੁਤ ਬਹੁਤ ਸਵਾਗਤ ਹੈ। ਜੀ ਸ਼ੁਕਰੀਆ ਆਤਿਸ਼। ਹਮੀਰ ਸਿੰਘ ਜੀ, ਕਿਸਾਨ ਅੰਦੋਲਨ ਜਿਹੜਾ ਸੀਗਾ ਖੇਤੀ ਆਰਡੀਨੈਂਸ ਦੇ ਖਿਲਾਫ ਪੰਜਾਬ 'ਚ ਸ਼ੁਰੂ ਹੋਇਆ ਸੀ, ਉਹ ਪੰਜਾਬ ਤੋਂ ਸ਼ੁਰੂ ਹੋਇਆ ਹਰਿਆਣਾ ਸਮੇਤ ਦੇਸ਼ ਭਰ 'ਚ ਅੱਜ ਗੂੰਜ ਰਿਹਾ। ਇਸ ਤੋਂ ਇਲਾਵਾ ਵੀ ਜਿਹੜਾ ਦੇਸ਼ 'ਚ ਹੈਗਾ, ਮਜ਼ਦੂਰਾਂ ਵੱਲੋਂ ਮਾਈਕਰੋ ਫਾਈਨੈਂਸ ਕੰਪਨੀਆਂ ਦੇ ਖਿਲਾਫ ਜਿਹੜਾ ਬੀਬੀਆਂ ਵੱਲੋਂ ਤੇ ਹੋਰ ਵੀ ਕਈ ਮੁੱਦਿਆਂ ਨੂੰ ਲੈ ਕੇ ਸੰਘਰਸ਼ ਜਿਹੜੇ ਹੈਗੇ ਚੱਲ ਰਹੇ ਨੇ। ਅਸੀਂ ਜਾਣਨਾ ਚਾਹਾਂਗੇ ਵੀ ਕਿ ਉਹ ਕਿਹੜੇ ਮੁੱਦਿਆਂ ਨੂੰ ਲੈ ਕੇ ਸੰਘਰਸ਼ ਜਿਹੜੇ ਪੰਜਾਬ 'ਚ ਚੱਲ ਰਹੇ ਨੇ ਇਸ ਟਾਈਮ। ਅਸਲ 'ਚ ਪੰਜਾਬ ਤਾਂ ਸੰਘਰਸ਼ਾਂ ਦੀ ਧਰਤੀ ਹੈ। ਜੇਕਰ ਕਿਹਾ ਜਾਵੇ ਮੌਜੂਦਾ ਸਮੇਂ ਦੇ ਵਿੱਚ ਕਾਫੀ ਲੰਮੇ ਸਮੇਂ ਬਾਅਦ ਇੱਕ ਤਾਂ ਕਿਸਾਨਾਂ ਦਾ ਅੰਦੋਲਨ ਤਾਂ ਚੱਲ ਹੀ ਰਿਹਾ ਹੈ। ਵੱਖ-ਵੱਖ ਜਥੇਬੰਦੀਆਂ ਨੇ ਕੱਲ੍ਹ 5 ਜਗ੍ਹਾ ਧਰਨੇ ਦਿੱਤੇ ਸੀਗੇ ਜਾਂ ਵੱਡੀਆਂ ਰੈਲੀਆਂ ਕੀਤੀਆਂ ਸੀ। 9 ਦਿਨਾਂ ਤੋਂ ਦੂਜੀ ਇੱਕ ਜਥੇਬੰਦੀ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਲਗਾਤਾਰ ਜ਼ੇਰ ਭਰੋ ਅੰਦੋਲਨ ਦੇ ਨਾਂ 'ਤੇ ਚਲਾ ਰਹੀ ਹੈ। 3 ਪੁਲ ਅੱਜ ਵੀ ਰੋਕੇ ਹੋਏ ਨੇ ਔਰ ਇਸੇ ਤਰ੍ਹਾਂ ਹੀ ਜਿਹੜੀਆਂ 10-11 ਜਥੇਬੰਦੀਆਂ ਨੇ ਇਕੱਠੇ ਹੋ ਕੇ ਅੱਜ 25 ਜਗ੍ਹਾ 'ਤੇ ਜਾਮ ਕੀਤਾ। ਇੱਕ ਹੋਰ ਜਥੇਬੰਦੀ BKU ਕੋਕਰੀ ਕਲਾਂ ਵਾਲੀ ਜਿਹੜੀ ਹੈ ਅਤੇ ਉਗਰਾਹਾਂ ਗਰੁੱਪ ਏਕਤਾ, ਉਹਨੇ ਪਟਿਆਲੇ ਅਤੇ ਬਾਦਲ ਪਿੰਡ ਦੇ ਵਿੱਚ ਅੱਜ ਤੋਂ 20 ਤਰੀਕ ਤੱਕ ਦੇ ਧਰਨਿਆਂ ਦਾ ਐਲਾਨ ਕੀਤਾ। ਇਹ ਸਾਰਾ ਚੱਲ ਹੀ ਰਿਹਾ, ਪਰ ਇਹਦੇ ਵਿੱਚ ਹੀ ਇੱਕ ਕਾਫੀ ਸਮੇਂ ਤੋਂ ਇੱਕ ਅੰਦੋਲਨ ਹੋਰ ਚੱਲ ਰਹੇ ਨੇ ਜਿਹੜਾ ਪੰਜਾਬ ਦੇ ਮਜ਼ਦੂਰ ਵਰਗ ਨਾਲ ਸੰਬੰਧਿਤ ਨੇ, ਕਿਉਂਕਿ ਕਿਸਾਨੀ ਅੰਦੋਲਨ ਇੱਕ ਹੁਣ ਬੜੇ ਵੱਡੇ ਭਖ ਦੇ ਉਹਦੇ 'ਚ ਪਹੁੰਚ ਗਿਆ, ਇੱਕ ਹੱਦ ਪਾਰ ਕਰ ਗਿਆ ਔਰ ਇਹ ਮੀਡੀਆ ਦਾ ਵੀ ਅਤੇ ਬਾਕੀ ਜਗ੍ਹਾ ਵੀ ਇਹਨੂੰ ਜਗ੍ਹਾ ਮਿਲਣ ਲੱਗੀ ਹੈ। ਘੱਟੋ ਘੱਟ ਜਿਹੜਾ ਵਰਨੈਕੂਲਰ ਹੈ, ਹਾਲੇ ਨੈਸ਼ਨਲ ਮੀਡੀਆ ਨੇ ਇਸ ਅੰਦੋਲਨ ਨੂੰ ਉਸ ਰੂਪ 'ਚ ਨਹੀਂ ਲੈਣਾ ਸ਼ੁਰੂ ਨਹੀਂ ਕੀਤਾ। ਪਰ ਜਿਹੜਾ ਮਾਈਕਰੋ ਫਾਈਨਾਂਸ ਕੰਪਨੀਆਂ ਦਾ ਇੱਕ ਮਾਮਲਾ ਹੈ ਇਸ ਵਾਰ ਆਇਆ। ਮਾਈਕਰੋ ਫਾਈਨਾਂਸ ਦਾ ਮਤਲਬ ਇਹ ਹੈ ਕਿ ਸੈਲਫ ਹੈਲਪ ਗਰੁੱਪ ਬਣਾ ਕੇ ਨਾਨ ਬੈਂਕਿੰਗ ਇੰਸਟੀਟਿਊਸ਼ਨ ਜਿਹੜੀਆਂ ਹੁੰਦੀਆਂ ਨੇ, ਜਿਹੜੀਆਂ ਬੈਂਕਾਂ ਨਹੀਂ ਹੁੰਦੀਆਂ, ਬੈਂਕਾਂ ਤੋਂ ਬਿਨਾਂ, ਉਹ ਖਾਸ ਤੌਰ 'ਤੇ ਔਰਤਾਂ ਦੇ ਗਰੁੱਪ ਬਣਾ ਕੇ 10-10 ਦਾ ਉਹਨਾਂ ਨੂੰ ਛੋਟੇ ਲੋਨ ਦਿੰਦੀਆਂ ਨੇ, 20,000 ਦਾ, 30,000 ਦਾ ਜਾਂ ਵੱਖ-ਵੱਖ ਕਿਸਮ ਦੇ। ਅਤੇ ਉਹਨਾਂ ਲੋਨਾਂ ਨੂੰ ਜਿਹੜੇ ਲੋਨ ਲਏ ਹੋਏ ਨੇ ਉਹ ਇਸ ਵਾਰ ਕਿਉਂਕਿ ਕਰੋਨਾ ਦੇ ਚੱਕਰ ਦੇ ਵਿੱਚ ਉਹਨਾਂ ਦਾ ਜਿਹੜਾ ਅਸਰ ਸਭ ਤੋਂ ਜ਼ਿਆਦਾ ਸਾਹਮਣੇ ਆਇਆ ਹੈ। ਵੈਸੇ ਤਾਂ ਇਦੋਂ ਪਹਿਲਾਂ ਵੀ 2010 ਦੇ ਵਿੱਚ ਅਸਾਮ ਦੇ ਵਿੱਚ ਬਹੁਤ ਵੱਡਾ ਮਤਲਬ ਇੱਕ 5 ਜ਼ਿਲ੍ਹਿਆਂ 'ਚ ਖਾਸ ਤੌਰ ਦੇ ਉੱਤੇ ਇਹ ਅੰਦੋਲਨ ਹੁਣ ਸਾਹਮਣੇ ਆਇਆ। 2010 ਦੇ ਵਿੱਚ ਆਂਧਰਾ ਪ੍ਰਦੇਸ਼ ਦੇ ਵਿੱਚ ਵੀ ਆਇਆ ਸੀਗਾ ਇਹ ਸਾਹਮਣੇ ਇਹ ਸਮੱਸਿਆ, ਕਿਉਂਕਿ ਉਹ ਜਿਹੜੇ ਲੋਨ ਲੈਣ ਵਾਲੀਆਂ ਔਰਤਾਂ ਸੀ ਉਹਨਾਂ ਦੀ ਰੋਜੀ ਰੋਟੀ ਖੜ੍ਹ ਗਈ ਸੀ ਅਤੇ ਉਹ ਲੋਨ ਪੇ ਨਹੀਂ ਕਰ ਪਾਈਆਂ, ਉਹਦੀਆਂ ਕਿਸ਼ਤਾਂ ਨਹੀਂ ਸੀ ਦੇ ਪਾਈਆਂ। ਹੁਣ ਪੰਜਾਬ ਦੇ ਵਿੱਚ ਜਦੋਂ ਇਹ ਪਤਾ ਲੱਗਿਆ ਕਿਉਂਕਿ ਉਹਨਾਂ ਨੂੰ ਓਨਾ ਕੰਮ ਨਹੀਂ ਮਿਲਿਆ, ਉਹ ਕਿਸ਼ਤਾਂ ਨਹੀਂ ਸੀ ਦੇ ਰਹੀਆਂ, ਅਤੇ ਜਦੋਂ ਉਹ ਮਾਈਕਰੋ ਫਾਈਨਾਂਸ ਕੰਪਨੀਆਂ ਦੇ ਨੁਮਾਇੰਦੇ ਜਿਹੜੇ ਨੇ ਜਾ ਕੇ ਉਹਨਾਂ ਨੂੰ ਪਰੇਸ਼ਾਨ ਕਰਦੇ ਸੀ, ਤੰਗ, ਇਕੱਲਾ ਪੈਸਾ ਵਾਪਸ ਲੈਣਾ ਨਹੀਂ, ਸਮਾਜਿਕ ਤੌਰ 'ਤੇ ਵੀ ਉਹਨਾਂ ਦੇ ਉੱਤੇ ਦਬਾਅ ਪੈਂਦਾ ਸੀ, ਮਨੋਵਿਗਿਆਨਕ ਦਬਾਅ ਪੈਂਦਾ ਸੀ, ਉਹਨਾਂ ਦੇ ਸ਼ੋਸ਼ਣ ਦਾ ਜਿਹੜਾ ਇੱਕ ਮੁੱਦਾ ਸਾਹਮਣੇ ਆਉਂਦਾ ਸੀ, ਤਾਂ ਵੱਖ-ਵੱਖ ਜਥੇਬੰਦੀਆਂ ਜਿਹੜੀਆਂ ਮਜ਼ਦੂਰ ਜਥੇਬੰਦੀਆਂ ਸੀ ਉਹਨਾਂ ਨੇ ਪੂਰੇ ਖਾਸ ਤੌਰ 'ਤੇ ਮਤਲਬ ਮਾਲਵਾ ਖੇਤਰ ਦੇ ਵਿੱਚ ਇੱਕ ਮੁਹਿੰਮ ਵਿੱਢੀ ਜਿਹੜੀ ਇੱਥੋਂ ਪਟਿਆਲਾ, ਸੰਗਰੂਰ, ਬਠਿੰਡਾ, ਮਾਨਸਾ ਅਤੇ ਸਾਰੇ ਜਗ੍ਹਾ, ਮੋਗਾ, ਸਾਰੇ ਜਗ੍ਹਾ ਹੋ ਰਹੀ ਹੈ। ਅੱਜ ਵੀ ਜਿਹੜਾ ਮਾਨਸਾ ਦੇ ਵਿੱਚ ਇੱਕ ਵੱਡਾ ਫੰਕਸ਼ਨ ਹੋਇਆ ਮਜ਼ਦੂਰ ਮੁਕਤੀ ਮੋਰਚੇ ਦੇ ਵੱਲੋਂ ਦੀ ਅਗਵਾਈ ਦੇ ਵਿੱਚ, ਉਸ ਮਾਮਲੇ ਦੇ ਵਿੱਚ ਉਹ ਇਹ ਕਹਿੰਦੇ ਨੇ ਕਿ ਕਰਜ਼ਾ ਮਾਫ ਕੀਤਾ ਜਾਏ, ਘੱਟੋ ਘੱਟ ਆਹ ਜਿਹੜਾ ਸਾਡੇ ਦਿੱਤਾ ਜਾ ਰਿਹਾ ਇਹ, ਕਿਉਂਕਿ ਅਸੀਂ ਪੇ ਨਹੀਂ ਕਰ ਸਕਦੇ, ਸਾਡੇ ਕੋਲ ਰੁਜ਼ਗਾਰ ਉਹ ਨਹੀਂ ਹੈ, ਅਸੀਂ ਵਾਪਸ ਨਹੀਂ ਦੇ ਸਕਦੇ। ਔਰ ਉਹ ਕਰਜ਼ਾ ਮਾਫੀ ਦੀ ਇੱਕ ਜੱਦੋ ਜਹਿਦ ਜਿਹੜੀ ਹੈ ਉਹ ਅੱਗੇ ਉਸ ਲੈਵਲ 'ਤੇ ਵੱਧ ਰਹੀ ਹੈ ਔਰ ਇਹਦੇ 'ਚ ਬੜੀ ਵੱਡੀ ਸੰਖਿਆ ਦੇ ਵਿੱਚ ਔਰਤਾਂ ਜਾ ਰਹੀਆਂ ਨੇ। ਕਿਹਾ ਇਹ ਜਾ ਰਿਹਾ ਕਿ ਪਿੰਡਾਂ ਦੀਆਂ ਬੇਜ਼ਮੀਨੇ ਲੋਕਾਂ ਦੀਆਂ ਅਤੇ ਦਲਿਤਾਂ ਦੀਆਂ ਔਰਤਾਂ 80-90% ਇਸ ਕਰਜ਼ੇ ਦੇ ਮਕੜ ਜਾਲ 'ਚ ਫਸ ਰਹੀਆਂ ਨੇ। ਇੱਦੋਂ ਪਹਿਲਾਂ ਤਾਂ ਇਹ ਸੀ ਪੰਜਾਬ ਦੇ ਵਿੱਚ ਕਿ ਕਰਜ਼ੇ ਦੇ ਬੋਝ ਕਰਕੇ ਕੇਵਲ ਕਿਸਾਨ ਮਜ਼ਦੂਰ ਮੇਲ ਮੈਂਬਰ ਮਰਦ ਉਹਨਾਂ 'ਤੇ ਬੋਝ ਹੈ ਅਤੇ ਉਹ ਖੁਦਕੁਸ਼ੀਆਂ ਕਰ ਰਹੇ ਨੇ। ਤਾਂ ਇੱਕ ਡਰ ਇਹ ਪੈਦਾ ਹੋ ਰਿਹਾ ਕਿ ਔਰਤਾਂ ਦੇ ਉੱਤੇ ਵੀ ਜਿਹੜਾ ਇੰਨਾ ਇੱਕ ਕਰਜ਼ੇ ਦਾ ਡਰ ਹੈ ਇਹ ਅੱਗੇ ਹੋਰ ਸਮਾਜਿਕ ਸੰਕਟ ਵੀ ਨਾ ਖੜਾ ਕਰਦੇ। ਇਹ 'ਤੇ ਸਰਕਾਰਾਂ ਨੂੰ ਸੋਚਣਾ, ਪਰ ਇੰਨੇ ਚਿਰ ਦਾ ਅੰਦੋਲਨ ਚੱਲ ਰਿਹਾ ਅਜੇ ਸਰਕਾਰਾਂ ਨੇ ਤੇ ਕੰਨ ਨਹੀਂ ਧਰਿਆ ਕਿ ਇਹਦੇ 'ਤੇ ਕੁਝ ਉਹ ਕੀਤਾ ਜਾਏ। ਹਮੀਰ ਸਿੰਘ ਜੀ, ਇਸ ਤੋਂ ਇਲਾਵਾ ਵੀ ਜਿਹੜਾ ਹੈਗਾ ਇੱਕ ਜ਼ਮੀਨ ਪ੍ਰਾਪਤੀ ਸੰਘਰਸ਼ ਕਮੇਟੀ ਵੱਲੋਂ ਵੀ ਜਿਹੜਾ ਹੈਗਾ ਪੰਜਾਬ ਦੇ ਵਿੱਚ ਥਾਂ ਧਰਨੇ ਦਿੱਤੇ ਜਾ ਰਹੇ, ਉਹ ਕੀ ਮੁੱਦਾ? ਜ਼ਮੀਨ ਪ੍ਰਾਪਤੀ ਸੰਘਰਸ਼ ਕਮੇਟੀ ਵੀ ਕੁਝ ਪਾਰਟੀਕੂਲਰ ਖਾਸ ਜਗ੍ਹਾ 'ਤੇ, ਖਾਸ ਤੌਰ 'ਤੇ ਸੰਗਰੂਰ ਜ਼ਿਲ੍ਹੇ ਦੇ ਵਿੱਚ ਫੋਕਸ ਕਰਕੇ, ਅਤੇ ਹੁਣ ਕੁਝ ਪਟਿਆਲਾ ਅਤੇ ਹੋਰ ਏਰੀਆ ਦੇ ਵਿੱਚ ਵੀ, ਉਹਦਾ ਬੁਨਿਆਦੀ ਮੁੱਦਾ ਇਹ ਸੀ ਉਹਨਾਂ ਨੇ ਸਟਾਰਟ ਇੱਥੋਂ ਕੀਤਾ ਅਤੇ ਹੁਣ ਉਹ ਆ ਫਾਈਨਾਂਸ ਕੰਪਨੀਆਂ ਵਾਲੇ 'ਚ ਵੀ ਕੁਝ ਕੰਮ ਕਰ ਰਹੇ ਨੇ। ਅੱਜ ਵੀ ਪਟਿਆਲੇ ਦੇ ਵਿੱਚ ਉਹਨਾਂ ਨੇ ਧਰਨਾ ਦਿੱਤਾ, ਇੱਕ ਵੱਡਾ ਮੁਜ਼ਾਹਰਾ ਕੀਤਾ ਇਸ ਗੱਲ ਕਰਕੇ ਕਿ ਜਿਹੜੀ ਸ਼ਾਮਲਾਟ ਲਾਈਨ ਦੀ ਜ਼ਮੀਨ ਹੈ
ਉਹ ਕਾਨੂੰਨੀ ਤੌਰ ਤੇ 1964 ਦੇ ਜਿਹੜੇ ਨਿਯਮ ਬਣੇ ਹੋਏ ਨੇ, ਜਿਹੜਾ ਵਿਲੇਜ ਕਾਮਨ ਲੈਂਡ ਐਕਟ ਦੇ ਤਹਿਤ, ਉਹ ਦਲਿਤ ਪਰਿਵਾਰ ਹੀ ਉਹਨਾਂ ਤੇ ਬੋਲੀ ਦੇ ਸਕਦੇ ਨੇ ਤੇ ਉਹੀ ਉਹਨਾਂ ਤੇ ਮਤਲਬ ਵਾਹੀ ਜਾਂ ਖੇਤੀ ਕਰ ਸਕਦੇ ਨੇ। ਪਰ ਬੜਾ ਲੰਮਾ ਸਮਾਂ ਪੰਜਾਬ ਦੇ ਵਿੱਚ ਇੱਕ ਰਵਾਇਤ ਇਹ ਬਣ ਗਈ ਕਿ ਉਹ ਦਲਿਤ ਕਿਸੇ ਬੰਦੇ ਨੂੰ ਖੜਾ ਕੇ ਬੋਲੀ ਤਾਂ ਉਹਦੇ ਨਾਂ ਤੇ ਲੈ ਲਈ ਜਾਂਦੀ ਸੀ, ਪਰ ਕੰਮ ਉਹਦੇ ਤੇ ਜਾਂ ਖੇਤੀ ਉਹਦੇ ਤੇ ਜਿਹੜੇ ਇੱਕ ਜੱਟ ਪਰਿਵਾਰ ਹੀ ਕਰਦੇ ਸੀ ਕਿਸੇ ਨਾ ਕਿਸੇ ਰੂਪ ਦੇ ਵਿੱਚ। ਹੁਣ 7-8 ਸਾਲਾਂ ਤੋਂ ਇੱਕ ਇਹ ਚੇਤਨਾ ਦੀ ਇੱਕ ਮੁਹਿੰਮ ਵਿਕਸਿਤ ਹੋਈ ਹੈ ਉਸ ਪੱਧਰ ਦੇ ਉੱਤੇ, ਤੇ ਜਿਹੜੀ ਮੁਹਿੰਮ ਦੇ ਵਿੱਚ ਇੱਕ ਉਹਨਾਂ ਨੇ ਇੱਕ ਮੁੱਦਾ ਉਠਾਇਆ ਹੈ, ਬੜੇ ਲੰਬੇ ਕਾਫੀ ਪਿੰਡਾਂ 'ਚ ਸਫਲਤਾ ਵੀ ਮਿਲੀ ਹੈ, ਔਰ ਕੁਝ ਪਿੰਡਾਂ 'ਚ ਨਮੋੜ ਦੇ ਵਿੱਚ, ਬਲਦ ਕਲਾਂ 'ਚ, ਘਰਾਚੋਂ 'ਚ, ਹੋਰ ਕਈ ਪਿੰਡਾਂ ਦੇ ਵਿੱਚ ਉਹਦੇ ਸਾਰਥਕ ਸਿੱਟੇ ਵੀ ਸਾਹਮਣੇ ਆਏ ਨੇ ਜਦੋਂ ਸਾਂਝੇ ਤੌਰ ਤੇ ਖੇਤੀ ਕਰਨ ਲੱਗੇ ਨੇ। ਤੇ ਉਹਦੇ 'ਚ ਪਰਿਵਾਰਾਂ ਦੀ ਜਿਹੜੀ ਨਿੱਜੀ ਗੁਲਾਮੀ ਜਾਂਦੀ ਹੈ ਤੇ ਪਰਿਵਾਰਾਂ ਦੀ ਰੋਜੀ ਰੋਟੀ ਦਾ ਜੁਗਾੜ ਜ਼ਿਆਦਾ ਬਿਹਤਰ ਬਣਦਾ ਹੈ, ਤੇ ਖੇਤੀ ਨੂੰ ਮੁਨਾਫੇਯੋਗ ਕਿਵੇਂ ਸਾਂਝੇ ਤੌਰ ਤੇ ਬਣਾਇਆ ਜਾ ਸਕਦਾ, ਇੱਕ ਮਾਡਲ ਵੀ ਵਿਕਸਿਤ ਹੋ ਰਿਹਾ। ਉਹ ਵੀ ਆਪਣੇ ਆਪ 'ਚ ਇੱਕ ਬੜਾ ਵੱਡਾ ਮੁੱਦੇ ਦੇ ਤੌਰ ਤੇ ਹੈ, ਤੇ ਜਿਹੜਾ ਪੰਜਾਬ ਦੇ ਲੋਕਾਂ ਦਾ ਨਹੀਂ, ਬਾਹਰ ਦੇ ਲੋਕਾਂ ਦਾ ਵੀ ਧਿਆਨ ਖਿੱਚ ਰਿਹਾ ਕਿਸੇ ਨਾ ਕਿਸੇ ਰੂਪ 'ਚ। ਹਮੀਰ ਸਿੰਘ ਜੀ, ਇੱਕ ਪੰਜਾਬ ਦੇ ਵਿੱਚ ਜਿਹੜਾ ਹੈਗਾ ਕਿਸਾਨਾਂ ਵੱਲੋਂ ਜਿਹੜਾ ਹੈ ਖੇਤੀ ਆਰਡੀਨੈਂਸ ਦੇ ਖਿਲਾਫ ਪ੍ਰਦਰਸ਼ਨ ਸ਼ੁਰੂ ਕੀਤੇ ਗਏ ਨੇ, ਅੰਦੋਲਨ ਕੀਤਾ ਜਾ ਰਿਹਾ। ਅਸੀਂ ਜਾਣਨਾ ਚਾਹਾਂਗੇ ਵੀ ਕਿ ਸਾਡੇ ਦਰਸ਼ਕਾਂ ਨਾਲ ਵੀ ਤੁਸੀਂ ਇੱਕ ਵਾਰ ਸਾਂਝਾ ਜ਼ਰੂਰ ਕਰੋ ਵੀ ਕਿ ਇਹ ਅਸਲ 'ਚ ਮੁੱਦਾ ਕੀ ਹੈ, ਇਹ ਸਾਡੇ ਦਰਸ਼ਕਾਂ ਨਾਲ ਪਲੀਜ਼ ਸਾਂਝਾ। ਕਿਸਾਨੀ ਆਰਡੀਨੈਂਸ ਦਾ ਮੁੱਦਾ ਤਾਂ ਅਸਲ ਦੇ ਵਿੱਚ 5 ਜੂਨ ਤੋਂ ਲੈ ਕੇ ਜਦੋਂ 3 ਆਰਡੀਨੈਂਸ ਕੇਂਦਰ ਸਰਕਾਰ ਨੇ ਕੀਤੇ ਨੇ, ਹੁਣ ਉਹ ਲੋਕ ਸਭਾ ਦੇ ਵਿੱਚ ਵੀ ਪੇਸ਼ ਹੋ ਗਏ ਨੇ। ਉਹੀ ਆਰਡੀਨੈਂਸ ਇੱਕ ਖੇਤੀ ਦੀ ਮੰਡੀ ਨਾਲ ਸੰਬੰਧਿਤ ਹੈ ਕਿ ਮੰਡੀ ਦੇ ਵਿੱਚ ਫਸਲ ਕਿਵੇਂ ਵੇਚਣੀ ਹੈ। ਇੱਦੋਂ ਪਹਿਲਾਂ ਕੇਵਲ ਸੂਬਾ ਸਰਕਾਰਾਂ ਦੇ ਵੱਲੋਂ ਨਿਸ਼ਚਿਤ ਮੰਡੀਆਂ ਹੁੰਦੀਆਂ ਸੀ, ਜਿਹਦੇ ਵਿੱਚ ਕੋਈ ਵੀ ਪ੍ਰਾਈਵੇਟ ਬੰਦਾ ਵੀ ਤੇ ਜੇ ਸਰਕਾਰੀ ਏਜੰਸੀਆਂ ਵੀ ਉਸੇ ਮੰਡੀ ਦੇ ਵਿੱਚੋਂ ਖਰੀਦ ਸਕਦੀਆਂ ਸੀ ਤੇ ਫਸਲ ਕੋਈ ਵੀ। ਤੇ ਫਿਰ ਹੌਲੀ ਹੌਲੀ ਪੰਜਾਬ ਦੇ ਵਿੱਚ ਵੀ ਜਿਹੜਾ ਉਹਦਾ ਸਥਾਨਕ ਕਾਨੂੰਨ ਸੀਗਾ ਉਹ 'ਚ ਸੋਧ ਹੋਈ ਤੇ ਕੁਝ ਪ੍ਰਾਈਵੇਟ ਮੰਡੀਆਂ ਨੂੰ, ਖਾਸ ਤੌਰ ਤੇ ਫਲਾਂ ਤੇ ਫੁੱਲਾਂ ਤੇ ਸਬਜ਼ੀਆਂ ਦੇ ਮਾਮਲੇ ਦੇ ਵਿੱਚ ਉਹ ਪ੍ਰਾਈਵੇਟ ਮੰਡੀਆਂ ਸਥਾਪਿਤ ਕਰ ਸਕਦੇ ਸੀ, ਪਰ ਅਨਾਜ, ਕਾਟਨ, ਕਣਕ ਤੇ ਝੋਨਾ ਇਹਨਾਂ ਦੇ ਨਹੀਂ। ਹੁਣ ਕੇਂਦਰ ਸਰਕਾਰ ਨੇ ਕੀ ਕਰਤਾ ਕਿ ਇਹ ਮੰਡੀਆਂ ਤਾਂ ਠੀਕ ਹੈ ਜੀ, ਆਪਣੀ ਜਗ੍ਹਾ ਜਿਵੇਂ ਮਰਜ਼ੀਆਂ ਰੱਖਣ, ਪਰ ਆਲੇ ਦੁਆਲੇ ਤੋਂ ਬਾਹਰ ਹੋਰ ਮੰਡੀਆਂ ਨੂੰ ਇੱਕ ਜਗ੍ਹਾ ਦੇਤੀ ਵੀ ਜਿੱਥੋਂ ਵੀ ਮਰਜ਼ੀ ਬਿਨਾਂ ਟੈਕਸ ਦਿੱਤੇ, ਕੇਵਲ ਪੈਨ ਕਾਰਡ ਚਾਹੀਦਾ, ਜਿੱਥੋਂ ਮਰਜ਼ੀ ਕੋਈ ਖਰੀਦਣਾ ਚਾਹੇ ਤਾਂ ਖਰੀਦ ਲੇ। ਇਹਦੇ ਨਾਲ ਖਦਸ਼ਾ ਇਹ ਪ੍ਰਗਟ ਕੀਤਾ ਜਾ ਰਿਹਾ ਹੈ, ਔਰ ਖਦਸ਼ਾ ਨਹੀਂ, ਔਰ ਇਹ ਗੱਲ ਬਾਅਦ ਦਲੀਲ ਵੀ ਹੈ ਕਿ ਸਟੇਟ ਦੀਆਂ ਮੰਡੀਆਂ, ਕਿਉਂਕਿ ਉੱਥੇ ਟੈਕਸ ਲੱਗਦਾ 8.5% ਹੁਣ ਵੀ, 3% ਰੂਰਲ ਡਿਵੈਲਪਮੈਂਟ ਫੀਸ, ਮਾਰਕੀਟ ਫੀਸ 3%, 2.5% ਆੜਤ, ਤਾਂ ਉੱਥੇ ਕੋਈ ਖਰੀਦਣ ਨਹੀਂ ਜਾਏਗਾ, ਸਾਰੇ ਖਰੀਦਦਾਰ ਕਿਧਰੇ ਬਾਹਰ ਚਲੇ ਜਾਣਗੇ, ਜਿਹਦੇ ਨਾਲ ਇਹ ਮਾਰਕੀਟ ਢਾਂਚਾ ਪ੍ਰਭਾਵਿਤ ਹੋਣ ਦੀ ਸੰਭਾਵਨਾ ਹੈ। ਇਹ ਪ੍ਰਭਾਵਿਤ ਹੋ ਗਿਆ ਤਾਂ ਇਹਦੇ 'ਚ ਮੈਨੂੰ ਇਹ ਲੱਗਦਾ ਕਿ ਇਕੱਲੀ ਕਿਸਾਨੀ ਦਾ ਮੁੱਦਾ ਨਹੀਂ, ਇਹ ਪੂਰੇ ਲੋਕਾਂ ਦਾ ਮੁੱਦਾ, ਸਮੁੱਚੇ ਪੰਜਾਬੀਆਂ ਦਾ ਮੁੱਦਾ, ਸਮੁੱਚੇ ਦੇਸ਼ ਦਾ ਮੁੱਦਾ ਹੈ। ਕਿਉਂ? ਕਿਉਂਕਿ 3 ਲੱਖ ਪੱਲੇਦਾਰ ਵਿਹਲਾ ਹੋਊਗਾ, ਇਹਦੇ 'ਚੋਂ ਘੱਟੋ ਘੱਟ ਇਹਨਾਂ ਮੰਡੀਆਂ ਜਿਹੜਾ ਕੰਮ ਕਰਦਾ, ਆੜਤੀਆਂ ਦਾ ਸਿਸਟਮ ਠੱਪ ਹੋਊਗਾ, ਸ਼ੈਲਰਾਂ ਦੇ ਨਾਲ ਜੁੜੀ ਜਿਹੜੀ ਲੇਬਰ ਹੈ ਤੇ ਸ਼ੈਲਰ ਮਾਲਕਾਂ ਦਾ ਸਿਸਟਮ ਵੀ ਪ੍ਰਭਾਵਿਤ ਹੋ ਸਕਦਾ, ਤੇ ਬਾਕੀ ਕਿਸਾਨੀ ਦਾ ਤਾਂ ਹੋਏਗਾ ਹੀ ਹੋਏਗਾ, ਕਿਉਂਕਿ ਜੇਕਰ ਉਹ MSP ਚਲੀ ਜਾਂਦੀ ਹੈ। ਇਹਨਾਂ ਮੁੱਦਿਆਂ ਤੇ ਅਸਲ ਦੇ ਵਿੱਚ ਇੱਕ ਠੇਕਾ ਪ੍ਰਣਾਲੀ ਹੈ ਕਿ ਕਿਸਾਨ ਉਹਦੇ ਨਾਲ ਠੇਕਾ ਕਰ ਲੇ। ਇੱਕ ਜ਼ਰੂਰੀ ਸੇਵਾਵਾਂ ਦਾ ਕਾਨੂੰਨ ਸੋਧਿਆ ਗਿਆ ਕਿ ਉਹਦੇ 'ਚ ਜੀ ਜਿੰਨਾ ਮਰਜ਼ੀ ਕੋਈ ਜ਼ਖੀਰਾ ਰੱਖ ਸਕਦਾ। ਇਹਦਾ 2 ਧਾਰਾਵਾਂ ਨੇ। ਇੱਕ ਧਾਰਾ ਤਾਂ ਇਹਦੇ 'ਚ ਇਹ ਹੈ ਕਿ ਕਾਰਪੋਰੇਟ ਮੁਨਾਫੇ ਵਾਲੇ ਪਾਸੇ ਜਾਂਦੀ ਹੈ ਤੇ ਵੱਡੀਆਂ ਕੰਪਨੀਆਂ ਖੇਤੀ ਦੇ ਖੇਤਰ 'ਚ ਆਉਂਦੀਆਂ ਨੇ, ਜਿਹੜੀਆਂ ਖੁਰਾਕ ਤੇ ਕਬਜ਼ਾ ਕਰਨਾ ਚਾਹੁੰਦੀਆਂ ਨੇ, ਉਹਨਾਂ ਲਈ ਰਾਹ ਮੋਕਲਾ ਹੋ ਗਿਆ। ਦੂਜਾ ਪਹਿਲੂ ਸਭ ਤੋਂ ਬੜਾ ਇਹ ਹੈ ਜਿਹੜਾ ਕਿ ਨਹੀਂ ਅਜੇ ਤੱਕ ਕਹੀ ਜਾਂਦਾ, ਕਿ ਜਿਹੜਾ ਮੰਤਰੀ ਨੇ ਵੀ ਪਾਰਲੀਮੈਂਟ ਦੇ ਵਿੱਚ ਕਿਹਾ ਕਿ MSP ਜਾਰੀ ਰਹੂਗੀ। MSP ਜਾਰੀ ਰਹੂਗੀ, ਪਹਿਲੀ ਗੱਲ ਤਾਂ ਇਹਦੇ ਤੇ ਵੀ ਡਾਊਟ ਹੈ ਕਿ ਉਹਦੇ ਤੇ ਖਰੀਦ ਵੀ ਜਾਰੀ ਰਹੂਗੀ। ਜੇ ਉਹ ਵੀ ਮੰਨ ਲਓ ਇੱਕ ਹੱਦ ਤੱਕ ਰਹਿੰਦੀ ਹੈ ਤਾਂ ਵੀ ਮਾਮਲਾ ਹੱਲ ਨਹੀਂ ਹੁੰਦਾ। ਮਾਮਲਾ ਇਹ ਹੈ ਕਿ ਫੈਡਰਲਿਜ਼ਮ ਦੇ ਮਾਮਲੇ 'ਚ ਜਿਹੜੇ ਸੂਬਿਆਂ ਦੇ ਹੱਕ ਸੀ ਖੇਤੀਬਾੜੀ ਦੇ ਮਾਮਲੇ 'ਚ, ਉਹ ਟੋਟਲ ਸੈਂਟਰ ਕੋਲ ਚਲੇ ਗਏ। ਤੇ ਇੱਕ ਗੱਲ ਇਹ ਕਹੀ ਜਾ ਰਹੀ ਹੈ ਕਿ ਸੂਬਿਆਂ ਨੇ ਪਹਿਲਾਂ ਹੀ ਕੀਤਾ ਹੋਇਆ ਸੀ, ਪੰਜਾਬ ਨੇ। ਜੇ ਸੂਬੇ ਨੇ ਪਹਿਲਾਂ ਹੀ ਕੀਤਾ ਹੋਇਆ ਸੀ ਤਾਂ ਨਵੇਂ ਆਰਡੀਨੈਂਸ ਦੀ ਲੋੜ ਕੀ ਹੈ ਫਿਰ? ਇਹ ਤਾਂ ਕਾਮਨ ਸੈਂਸ ਦਾ ਇੱਕ ਸਵਾਲ ਹੈ ਕਿ ਫਿਰ ਨਵੇਂ ਆਰਡੀਨੈਂਸ ਦੀ ਕੀ ਲੋੜ ਹੈ। ਇਸ ਕਰਕੇ ਇਹ ਆਰਡੀਨੈਂਸ ਵੱਡੇ ਦਾਇਰੇ ਦੇ ਵਿੱਚ ਫੈਡਰਲਿਜ਼ਮ ਦਾ ਕੁਐਸਚਨ ਹੈ, ਤੇ ਉਹਦੇ ਨਾਲ ਜੁੜਿਆ ਹੀ ਇਸ ਗੱਲ ਦਾ ਕੁਐਸਚਨ ਹੈ ਕਿ ਜਿਹੜਾ MSP ਦਾ ਸਵਾਲ ਹੈ। ਜੇ ਉਹ ਕਹਿੰਦੇ ਨੇ ਕਿ ਪੱਕੇ ਤੌਰ ਤੇ MSP ਰਹੂਗੀ ਤੇ ਇਹਦੀ ਖਰੀਦ ਦੀ ਗਰੰਟੀ ਰਹੂਗੀ, ਤਾਂ ਐਸੇ ਪਾਰਲੀਮੈਂਟ ਦੇ ਵਿੱਚ ਇੱਕ ਨਵਾਂ ਬਿੱਲ ਲੈ ਆਉਣ ਜਿਹਦੇ 'ਚ ਉਹ ਖਰੀਦ ਦੀ ਗਰੰਟੀ ਕਰ ਦੇਣ, ਤੇ ਲੋਕਾਂ ਨੂੰ ਹੋ ਜਾਊਗਾ ਕਿ ਹਾਂ ਖਰੀਦ ਦੀ ਗਰੰਟੀ ਹੋ ਰਹੀ ਹੈ। ਪਰ ਉਹ ਅੱਧਾ ਹੱਲ ਹੋਏਗਾ, ਪੂਰਾ ਹੱਲ ਫੈਡਰਲਿਜ਼ਮ ਦੇ ਮੁੱਦੇ ਨਾਲ ਜੁੜਿਆ ਹੋਇਆ। ਤੁਸੀਂ ਰਾਜ ਸਰਕਾਰਾਂ ਦੀਆਂ ਤਾਕਤਾਂ ਨੇ ਜਿਹੜੀਆਂ ਉਹ ਲਗਾਤਾਰ ਖਿੱਚ ਰਹੇ ਹੋ ਕਿਸੇ ਨਾ ਕਿਸੇ ਰੂਪ ਦੇ ਵਿੱਚ। ਹਮੀਰ ਸਿੰਘ ਜੀ, ਜਿਵੇਂ ਤੁਸੀਂ ਦੱਸਿਆ ਵੀ ਕਿ ਇਹ ਖੇਤੀ ਆਰਡੀਨੈਂਸਾਂ ਦੇ ਖਿਲਾਫ 5 ਜੂਨ ਨੂੰ ਸੀਗੇ
ਅੰਦੋਲਨ ਸ਼ੁਰੂ ਹੋ ਗਏ ਸੀ, ਅੱਜ ਇਸ ਨੂੰ 3 ਮਹੀਨੇ ਤੋਂ ਵੱਧ ਸਮਾਂ ਹੋ ਗਿਆ। ਅਸੀਂ ਜਾਣਨਾ ਚਾਹਾਂਗੇ ਕਿਸਾਨ ਅੰਦੋਲਨ ਕਿਸ ਪੜਾਅ ਤੱਕ ਪਹੁੰਚ ਚੁੱਕੇ ਨੇ। ਅਸਲ 'ਚ ਕਿਸਾਨ ਅੰਦੋਲਨ ਪਹਿਲਾਂ ਤਾਂ ਬੜੀਆਂ ਜ਼ਿਆਦਾ ਬੰਦਸ਼ਾਂ ਲੱਗੀਆਂ ਕਿਉਂਕਿ ਕਰੋਨਾ ਦਾ ਸਵਾਲ ਸੀ। ਸਰਕਾਰ ਇਹ ਤਾਂ ਕਹਿੰਦੀ ਹੈ ਵੀ ਕਰੋਨਾ ਨਾਲ ਤੁਸੀਂ ਬਾਹਰ ਨਹੀਂ ਨਿਕਲਣਾ, 5 ਬੰਦੇ ਇਕੱਠੇ ਨਹੀਂ ਹੋਣਾ, ਮਾਸਕ ਲੈਣਾ ਬਾਕੀ ਹੈ। ਪਰ ਜਦੋਂ ਇਹੋ ਜਿਹੇ ਫੈਸਲੇ ਕਰੀ ਜਾਂਦੀ ਹੈ ਕਰੋਨਾ ਦੇ ਵਿੱਚ, ਜਿਹੜੇ ਫੈਸਲੇ ਲੋਕਾਂ ਦੇ ਜੀਵਨ ਨੂੰ ਪ੍ਰਭਾਵਿਤ ਕਰਦੇ ਨੇ, ਜਿਹੜੇ ਫੈਸਲੇ ਉਹਨਾਂ ਦੀ ਜ਼ਿੰਦਗੀ ਦੇ ਭਵਿੱਖ ਨਾਲ ਜੁੜੇ ਹੋਏ ਨੇ, ਤਾਂ ਉਹਨਾਂ ਤੇ ਪ੍ਰਤੀਕਿਰਿਆ ਤਾਂ ਹੋਣੀ ਹੋਣੀ ਹੈ। ਤੇ ਇਸ ਕਰਕੇ ਹੁਣ ਕਰੋਨਾ ਦੇ ਬਾਵਜੂਦ ਸਰਕਾਰ ਨੂੰ ਵੀ ਇਹ ਕਰਨਾ ਪਿਆ, ਇਕੱਲਾ ਕਿਸਾਨਾਂ ਦਾ ਸਵਾਲ ਨਹੀਂ। ਜਿਹੜੀ ਸਰਕਾਰ ਪਹਿਲਾਂ ਕਹਿੰਦੀ ਸੀ, ਜਿਹੜੇ 2 ਮਹੀਨੇ ਲੋਕਡਾਊਨ ਕੀਤਾ ਤੇ ਫਿਰ ਲਗਾਤਾਰ ਵਧਾਉਂਦੇ ਰਹੇ ਰੋਕਾਂ, ਜਦੋਂ ਘੱਟ ਕੇਸ ਸੀ ਤੇ ਮੌਤਾਂ ਘੱਟ ਸੀ ਉਦੋਂ ਲੋਕਡਾਊਨ, ਤੇ ਜਦੋਂ ਕੇਸ ਬਹੁਤ ਜ਼ਿਆਦਾ ਆ ਰਹੇ ਨੇ ਤੇ ਮੌਤਾਂ ਵੀ ਜ਼ਿਆਦਾ ਆ ਰਹੀਆਂ ਉਦੋਂ ਖੁੱਲ੍ਹਾ। ਕਿਉਂਕਿ ਉਹਨਾਂ ਨੂੰ ਪਤਾ ਹੈ ਕਿ ਅਰਥ ਵਿਵਸਥਾ ਜੇਕਰ ਵਿਗੜ ਗਈ, ਜੇ ਆਰਥਿਕਤਾ ਦੁਬਾਰਾ ਨਾ ਚੱਲੀ, ਲੋਕਾਂ ਦੀ ਰੋਜੀ ਰੋਟੀ ਖੁੱਸ ਗਈ, ਤਾਂ ਭੁੱਖ ਨਾਲ ਬਹੁਤੇ ਬੰਦੇ ਮਰਨਾ ਸ਼ੁਰੂ ਹੋ ਜਾਣਗੇ, ਕਰੋਨਾ ਤੋਂ ਵੀ ਜ਼ਿਆਦਾ। ਇਹ ਉੱਡਾ ਹੀ ਵੱਡਾ ਮਾਮਲਾ ਹੈ ਜਿੱਡਾ ਵੱਡਾ ਕਰੋਨਾ, ਕਰੋਨਾ ਤੋਂ ਬਲਕਿ ਵੱਡਾ ਮਾਮਲਾ ਹੈ। ਆਮ ਫਿਰ ਬੰਦਾ ਇਹ ਸੋਚਦਾ ਕਿ ਮੈਂ ਤਾਂ ਪਹਿਲਾਂ ਮਰਨਾ ਜਾਂ ਬਾਅਦ 'ਚ ਜਦ ਕਰੋਨਾ ਮਾਰੂ ਦੇਖੀ ਜੋ, ਮੈਂ ਤਾਂ ਅੱਜ ਮਰ ਰਿਹਾ ਨਾ। ਇਹਦੇ ਕਰਕੇ ਉਹ ਕਰੋਨਾ ਦੀਆਂ ਰੋਕਾਂ ਵੀ ਤੋੜ ਕੇ ਕਿਸਾਨ ਮਜ਼ਦੂਰ ਜਿਹੜੇ ਉਹ ਸੜਕਾਂ ਤੇ ਨੇ। ਗੌਰਮੈਂਟ ਦਾ ਜੋ ਮਰਜ਼ੀ ਹੈ, ਪਰਚੇ ਦਰਜ ਕੀਤੇ ਜਾ ਰਹੇ ਨੇ, ਗੌਰਮੈਂਟਾਂ ਪਰਚੇ ਦਰਜ ਕਰ ਰਹੀਆਂ ਨੇ, ਉਹ ਅਲੱਗ ਸਵਾਲ ਹੈ। ਪਰ ਲੋਕ ਆਪਣੀ ਰੋਜੀ ਰੋਟੀ ਲਈ ਉਸ ਲੈਵਲ ਤੇ ਸੜਕਾਂ ਤੇ ਨੇ। ਔਰ ਇਸ ਅੰਦੋਲਨ ਦੀ ਗੂੰਜ ਪਾਰਲੀਮੈਂਟ ਤੱਕ ਚਲੀ ਗਈ ਹੈ। ਕੁਝ ਪਾਰਟੀਆਂ ਨੇ ਵੀ ਕੀਤਾ, ਅੱਜ ਵੀ ਕਾਫੀ ਕੁਝ MPs ਨੇ ਬਾਹਰ ਪ੍ਰੋਟੈਸਟ ਕੀਤਾ, ਕਿਸਾਨਾਂ ਨੇ ਦਿੱਲੀ ਵੀ ਕੀਤਾ, ਔਰ ਹਰਿਆਣੇ 'ਚ ਵੀ, ਪੰਜਾਬ ਦੇ ਵਿੱਚ ਵੀ, ਐਸੇ ਸਮੇਂ ਹੋਰ ਰਾਜਾਂ ਦੇ ਵਿੱਚ ਵੀ ਜਿਹੜੇ ਕਿਸਾਨ ਅੰਦੋਲਨ ਜਿਹੜੇ ਨੇ ਉਹ ਉੱਠ ਰਹੇ ਨੇ, ਔਰ ਉਹ ਵੱਧ ਰਿਹਾ ਕਿਸਾਨ ਅੰਦੋਲਨ ਕਿਸੇ ਨਾ ਕਿਸੇ ਰੂਪ 'ਚ। ਹਮੀਰ ਸਿੰਘ ਜੀ, ਜਿਵੇਂ ਹੁਣ ਤੁਸੀਂ ਦੱਸਿਆ ਵੀ ਕਿਆ ਪਾਰਲੀਮੈਂਟ ਤੱਕ ਇਹ ਆਵਾਜ਼ ਪਹੁੰਚ ਚੁੱਕੀ ਹੈ, ਤੇ ਕੇਂਦਰ ਸਰਕਾਰ ਨੇ ਫਿਰ ਵੀ ਜਿਹੜੇ ਕਿਸਾਨੀ ਨਾਲ ਸੰਬੰਧਿਤ ਤਿੰਨੋਂ ਆਰਡੀਨੈਂਸ ਹੈ ਇਹ ਪਾਰਲੀਮੈਂਟ ਦੇ ਵਿੱਚ ਪੇਸ਼ ਕਰ ਦਿੱਤੇ ਨੇ। ਤੇ ਉੱਥੇ ਹੀ ਜਿਹੜਾ ਹੈਗਾ ਅਕਾਲੀ ਦਲ ਤੇ ਹੋਰ ਸਿਆਸੀ ਪਾਰਟੀਆਂ ਵੱਲੋਂ ਇਹ ਵੀ ਗੱਲ ਕਹੀ ਜਾ ਰਹੀ ਹੈ ਵੀ ਕੈਪਟਨ ਸਰਕਾਰ ਨੇ ਤਾਂ ਪੰਜਾਬ ਦੇ ਵਿੱਚ ਇਹ ਆਰਡੀਨੈਂਸ ਨਾਲ ਸੰਬੰਧੀ ਸਾਰੀ ਗੱਲਾਂ ਜਿਹੜੀਆਂ 2017 'ਚ ਹੀ ਲਾਗੂ ਕਰ ਦਿੱਤੀਆਂ ਸੀ। ਇੱਕ ਗੱਲ ਇਹ ਵੀ ਆ ਰਹੀ ਹੈ, ਨਾਲ ਦੂਜੇ ਪਾਸੇ ਜਿਹੜਾ ਹੈਗਾ ਇਹਨਾਂ ਆਰਡੀਨੈਂਸਾਂ ਨੂੰ ਲੈ ਕੇ ਜਾਂ ਕਿਸਾਨਾਂ ਅੰਦੋਲਨਾਂ ਨੂੰ ਲੈ ਕੇ ਰਾਜਨੀਤਿਕ ਪ੍ਰਭਾਵ ਕੀ ਜਿਹੜੇ ਹੈਗੇ ਦੇਖਣ ਨੂੰ ਮਿਲ ਸਕਦੇ ਨੇ? ਉਹਦੇ 'ਚ ਇਹੀ ਹੈ ਕਿ ਰਾਜਨੀਤਿਕ ਪ੍ਰਭਾਵ, ਇਹ ਇੱਕ ਕਲੀਅਰ ਕੱਟ ਹੁਣ ਮੈਸੇਜ ਹੈ ਕਿਸਾਨ ਇਹ ਦੇ ਰਹੇ ਨੇ ਕਿ ਪਾਰਲੀਮੈਂਟ ਦੇ ਵਿੱਚ ਕਿਸਾਨਾਂ ਦੇ ਨਾਲ ਕੌਣ ਖੜੂਗਾ। ਮੈਨੂੰ ਤਾਂ ਲੱਗਦਾ ਹੈ ਕਿਸਾਨਾਂ ਦੇ ਨਾਲ ਦਾ ਇਕੱਲਾ ਸਵਾਲ ਨਹੀਂ ਹੈ, ਇਹ ਦੇਖਣਾ ਚਾਹੀਦਾ ਕਿ ਬੁਨਿਆਦੀ ਤੌਰ ਤੇ ਪੇਂਡੂ ਅਰਥ ਵਿਵਸਥਾ ਜਿੱਥੇ 49% ਦੇ ਕਰੀਬ ਜਿਹੜੇ ਸਿੱਧੇ ਤੌਰ ਤੇ ਰੁਜ਼ਗਾਰ ਲੋਕਾਂ ਦਾ ਜੁੜਿਆ ਹੋਇਆ ਹੈ, ਔਰ ਬਾਕੀ ਸਾਰੇ ਲੋਕਾਂ ਦੇ ਲਈ ਫੂਡ ਸਿਕਿਉਰਿਟੀ ਦਾ ਸਵਾਲ ਹੈ, ਇਹ ਸਮੁੱਚੇ ਸਮਾਜ ਦਾ ਮੁੱਦਾ ਹੈ। ਕੱਲਾ ਕਿਸਾਨ ਕਹਿ ਕੇ ਇਹਨੂੰ ਛੱਡ ਨਹੀਂ ਦੇਣਾ ਚਾਹੀਦਾ। ਇਹ ਠੀਕ ਹੈ ਕਿ ਅੰਦੋਲਨ ਕਿਸਾਨ ਕਰ ਰਿਹਾ, ਬਾਕੀ ਵਰਗਾਂ ਦੀ ਵੀ ਲੋੜ ਹੈ ਇਸ ਅੰਦੋਲਨ ਦੇ ਵਿੱਚ ਸ਼ਾਮਲ ਹੋਣ ਦੀ। ਪਰ ਜਿਹੜੀ ਹੋਸ਼ੀ ਸਿਆਸਤ ਹੋ ਰਹੀ ਹੈ ਸਾਡੇ, ਹੁਣ ਕੱਲ੍ਹ ਦੀ ਇੱਕ ਬਹਿਸ ਸਟਾਰਟ ਹੋ ਗਈ ਹੈ ਇਹ ਕਿ ਉੱਥੇ ਇੱਕ ਮੰਤਰੀ ਨੇ ਉੱਠ ਕੇ ਇਹ ਕਿਹਾ ਕਿ ਅਸੀਂ ਚੀਫ ਮਿਨਿਸਟਰਾਂ ਦੀ ਇੱਕ ਜਿਹੜੀ ਹਾਈ ਪਾਵਰ ਕਮੇਟੀ ਬਣਾਈ ਸੀ ਉਹਦੇ ਵਿੱਚ ਰਾਏ ਕੀਤੀ ਗਈ ਤੇ ਬਾਕੀ ਚੀਜ਼ਾਂ ਨੇ। ਕੀ ਕੇਵਲ ਚੀਫ ਮਿਨਿਸਟਰਾਂ ਨਾਲ ਰਾਏ ਕਰਕੇ ਤੁਸੀਂ ਇਹ ਗੱਲ ਕਰ ਦੋਗੇ? ਇਹ ਗੱਲ WTO ਤੇ ਕੇਂਦਰ ਸਰਕਾਰ ਰਾਜਾਂ ਦੀ ਰਾਏ ਨਹੀਂ ਲੈ ਰਹੀ, ਉਹਨਾਂ ਸਮਝੌਤਾ ਤੇ ਕਦੇ ਰਾਏ ਨਹੀਂ ਲਈ, ਕਦੇ ਕੋਈ ਕਮੇਟੀ ਨਹੀਂ ਬਣੀ, ਔਰ ਤੁਸੀਂ ਇਹਨਾਂ ਮੁੱਦਿਆਂ ਤੇ ਵੀ ਕਦੇ ਰਾਏ ਉਸ ਲੈਵਲ ਦੀ ਪਾਰਟੀਕੂਲਰ ਤੁਸੀਂ ਕਦੋਂ ਲੈ ਰਹੇ ਹੋ? ਤੇ ਅਗਲੀ ਗੱਲ, ਜੇਕਰ ਚੀਫ ਮਿਨਿਸਟਰ ਨੇ, ਕੋਈ ਇਹ ਨਹੀਂ ਹੈ ਕਿ ਅਮਰਿੰਦਰ ਸਿੰਘ ਜਾਂ ਕੋਈ ਦੁੱਧ ਧੋਤੇ ਨੇ ਜਾਂ ਕੋਈ ਇਹ ਕਿਸਾਨਾਂ ਦੇ ਹਿੱਤ 'ਚ ਨੇ ਜਾਂ ਉਹ ਨਹੀਂ ਹੈ, ਇਹ ਇੱਕ ਅਲੱਗ ਸਵਾਲ ਹੈ। ਪਰ ਹੁਣ ਇਹ ਡਿਬੇਟ ਇਸ ਰੂਪ 'ਚ ਕਰਨੀ, ਜਿਵੇਂ ਅਕਾਲੀ ਦਲ ਨੇ ਇਹ ਕਿਹਾ ਕਿ ਅਮਰਿੰਦਰ ਨੇ ਪਹਿਲਾਂ ਉੱਥੇ ਹਾਂ ਕੀਤੀ, ਤੁਸੀਂ ਵੀ ਭਾਈ ਸਾਹਿਬ ਪਹਿਲਾਂ ਹਾਂ ਕਰਦੇ ਰਹੇ ਹੋ, ਤੁਸੀਂ ਡਿਫੈਂਡ ਕਰਦੇ ਰਹੇ ਹੋ ਇਸ ਗੱਲ ਦੇ ਉੱਤੇ, ਤੁਹਾਨੂੰ ਜੇ ਲੱਗ ਰਿਹਾ ਕਿ ਕਿਸਾਨਾਂ ਦੇ ਖਦਸ਼ੇ ਦੂਰ ਕਰੋ। ਅੱਜ ਦੌਰ ਮੇਰਾ ਖਿਆਲ ਹੈ ਇਕਜੁੱਟ ਹੋਣ ਦਾ। ਆਪ ਵੀ ਆਪਣੀਆਂ ਰੋਟੀਆਂ ਇਸ ਲਈ ਸੇਕ ਰਹੀ ਹੈ ਕਿ ਅਮਰਿੰਦਰ ਨੇ ਵੀ ਐਂ ਕਰਤਾ, ਅਕਾਲੀ ਵੀ ਇਹ ਕਰ ਰਹੇ ਨੇ। ਇਹ ਸਾਰੇ 2022 ਦੇ ਮਤਲਬ ਲਛਮਣ ਰੇਖਾ ਦੇ ਦਾਇਰੇ ਦੇ ਵਿੱਚ ਜੁੜੇ ਹੋਏ ਨੇ, ਤਾਂ ਕਿ ਪੰਜਾਬ ਦੇ ਲੋਕਾਂ ਨੂੰ ਇਹ ਕਿਹਾ ਜਾਏ ਕਿ ਮੈਂ ਸ਼ਾਇਦ ਪ੍ਰਭਾਵਿਤ ਹਾਂ। ਜਿਹੜਾ ਫੈਡਰਲਿਜ਼ਮ ਦਾ ਮੁੱਦਾ ਹੈ, ਸੰਘਵਾਦ ਦਾ ਮੁੱਦਾ ਹੈ, ਫੈਡਰਲਿਜ਼ਮ ਦੇ ਮੁੱਦੇ ਤੇ ਤਾਂ ਅਸਲ ਦੇ ਵਿੱਚ ਕਿਸੇ ਪਾਰਟੀ ਨੇ ਪ੍ਰੋਪਰਲੀ ਸਟੈਂਡ ਨਹੀਂ ਲਿਆ। ਜਦੋਂ ਜੰਮੂ ਕਸ਼ਮੀਰ ਦਾ ਸਟੇਟ ਤੋੜਤੀ, ਸਪੈਸ਼ਲ ਸਟੇਟਸ ਤੋੜਤਾ, ਉਹ ਫੈਡਰਲਿਜ਼ਮ ਸੀ। ਉਹ ਫੈਡਰਲਿਜ਼ਮ ਤੋੜਿਆ ਤੇ ਤੁਸੀਂ ਆਮ ਆਦਮੀ ਪਾਰਟੀ ਨੇ ਵੀ ਉਹਦੇ ਪੱਖ 'ਚ ਵੋਟ ਪਾਤੀ, ਅਕਾਲੀਆਂ ਨੇ ਵੀ ਉਹਦੇ ਪੱਖ 'ਚ ਵੋਟ ਪਾਤੀ, ਕਾਂਗਰਸ ਦਾ ਢੁਲਮੁਲ ਰਵੱਈਆ ਜਿਹੜਾ ਉਸੇ ਮਾਮਲੇ ਦੇ ਵਿੱਚ ਸੀਗਾ। ਔਰ ਇਸੇ ਕਰਕੇ ਅਮਰਿੰਦਰ ਸਿੰਘ ਤੇ ਵੀ ਇਹ ਐਲੀਗੇਸ਼ਨ ਤਾਂ ਲੱਗਦਾ ਔਰ ਲਾਉਣਾ ਵੀ ਚਾਹੀਦਾ ਕਿ ਜਿਹੜੇ ਵਾਅਦੇ ਤੂੰ ਕਿਸਾਨੀ ਦਾ ਕਰਜ਼ਾ ਮਾਫ ਕਰਨ ਲਈ ਕੀਤੇ ਸੀ, ਜੇ ਤੂੰ ਵਾਅਦਾ ਕੀਤਾ ਸੀ ਘਰ ਘਰ ਰੁਜ਼ਗਾਰ ਦੇਣ ਦਾ, ਜਿਹੜੇ ਬਾਕੀ ਦੇ ਵਾਅਦੇ ਨੇ ਉਹ ਪੂਰੇ ਨਹੀਂ ਕੀਤੇ। ਪਰ ਜੇਕਰ ਵਿਧਾਨ ਸਭਾ ਦੇ ਵਿੱਚ ਇੱਕ ਮਤਾ ਪਾਸ ਹੁੰਦਾ ਹੈ ਤੇ ਜੇ ਇਹ ਸਾਰੀਆਂ ਫੋਰਸਜ਼ ਬਾਕੀ ਗਿਲੇ ਸਿੱਕੇ ਭੁਲਾ ਕੇ ਇੱਕ ਦੂਜੇ ਦੀ ਤੋਹਮਤਬਾਜ਼ੀ ਛੱਡ ਕੇ ਪੰਜਾਬ ਦਾ ਘੱਟੋ ਘੱਟ ਭਵਿੱਖ ਦੇਖਣ, ਪੰਜਾਬ ਦੀ ਕਿਸਾਨੀ ਦਾ, ਮਜ਼ਦੂਰਾਂ ਦਾ, ਆੜ੍ਹਤੀ ਦਾ, ਬਾਕੀ ਦਾ ਭਵਿੱਖ ਦੇਖਣ,
ਤਾਂ ਇਹਨਾਂ ਨੂੰ ਇਸ ਸਮੇਂ ਇਕੱਠੇ ਹੋਣਾ ਚਾਹੀਦਾ। ਬਾਕੀ ਦੀ ਲੜਾਈ ਉਦੋਂ ਬਾਅਦ ਚ ਹੋ ਸਕਦੀ ਹੈ, ਕੋਈ ਗੱਲ ਨਹੀਂ ਹੈ। ਔਰ ਇਸ ਲੜਾਈ ਦੇ ਵਿੱਚ ਇੱਕ ਗੱਲ ਤਾਂ ਇਹਨਾਂ ਆਰਡੀਨੈਂਸਾਂ ਨੂੰ ਵਾਪਸ ਕਰਾਉਣ ਦੀ ਹੈ। ਉਦੋਂ ਬਾਅਦ ਫਿਰ ਅਗਲਾ ਸਵਾਲ ਇਹ ਹੈ ਕਿ ਖੇਤੀ ਨੂੰ ਕਿਵੇਂ ਬਚਾਇਆ ਜਾਏ, ਉਹਦੇ ਤੇ ਕਿਹੜੀ ਪਾਲਿਸੀ ਹੋਵੇ, ਸਾਡੇ ਸਬੰਧ ਕਿਹੋ ਜਿਹੇ ਹੋਣ, ਔਰ ਫੈਡਰਲਿਜ਼ਮ ਅੱਗੇ ਡਿਵੈਲਪ ਕਿਵੇਂ ਹੋਵੇ, ਕਿਸਾਨੀ ਦੀਆਂ ਫਸਲਾਂ ਦਾ ਵਾਜਬ ਮੁੱਲ ਕਿਵੇਂ ਮਿਲ ਸਕੇ। ਇਹ ਉਦੋਂ ਬਾਅਦ ਦੀਆਂ ਡਿਬੇਟਸ ਨੇ। ਔਰ ਜਿਹੜੀਆਂ ਇਹ ਕਰਨ ਦੀ ਗੱਲ ਹੈ ਕਿ ਪਹਿਲਾਂ ਤੂੰ ਇਹ ਕਿਹਾ ਸੀ ਇਸ ਲਈ ਹੁਣ ਵੀ ਇਹ ਕਰ, ਮੈਨੂੰ ਤਾਂ ਇਹ ਵੀ ਲੱਗਦਾ ਕਿ ਜੇ ਅਕਾਲੀ ਦਲ ਨੇ ਵੀ ਪਹਿਲਾਂ ਉਹਨੂੰ ਡਿਫੈਂਡ ਵੀ ਕਰ ਲਿਆ, ਆਪਣੀ ਕੋਈ ਮਜਬੂਰੀ ਰਹੀ ਹੋਵੇ, ਜੇ ਅੱਜ ਉਹ ਖੜ ਕੇ ਆਉਂਦਾ ਹੈ, ਕੱਲ ਜਿਹੜਾ ਪਾਰਲੀਮੈਂਟ ਦੇ ਵਿੱਚੋਂ ਹਰਸਿਮਰਤ ਕੌਰ ਔਰ ਸੁਖਬੀਰ ਬਾਦਲ ਦੇ ਬਾਹਰ ਰਹਿਣ ਦਾ ਲੋਕ ਸਭਾ ਦੇ ਵਿੱਚੋਂ ਜਦੋਂ ਬਿੱਲ ਪੇਸ਼ ਹੋ ਰਹੇ ਨੇ, ਕਿਸਾਨ ਨੋਟਿਸ ਲੈ ਰਹੇ ਨੇ ਕਿ ਇਹਦਾ ਮਤਲਬ ਤੁਸੀਂ ਪਿੱਛੇ ਜਾ ਰਹੇ ਹੋ। ਪਾਰਲੀਮੈਂਟ ਦੇ ਵਿੱਚ ਪੂਰੀ ਤਾਕਤ ਝੋਕਣੀ ਪਏਗੀ ਜੇ ਕਿਸਾਨਾਂ ਤੇ ਪੰਜਾਬ ਤੇ ਮਤਲਬ ਦੇਸ਼ ਦੇ ਹਿਤੈਸ਼ੀ ਕੋਈ ਕਹਾਉਂਦਾ ਹੈ ਤਾਂ ਪਾਰਲੀਮੈਂਟ 'ਚ ਇਹ ਬਿੱਲ ਪਾਸ ਨਾ ਹੋਣ, ਇਸ ਗੱਲ ਦੀ ਗਰੰਟੀ ਕਰਨੀ ਪਏਗੀ ਹਰ ਪਾਰਟੀ ਨੂੰ। ਜੇਕਰ ਸਾਰੀਆਂ ਪਾਰਟੀਆਂ 'ਚੋਂ ਕੋਈ ਵੀ ਢਿੱਲ-ਮੁੱਲ ਰੁਪਈਆ ਅਪਣਾਉਂਦਾ ਹੈ ਤਾਂ ਇਹਦਾ ਮਤਲਬ ਇਹ ਹੈ ਕਿ ਉਹ ਕਹੇ ਜੋ ਮਰਜ਼ੀ, ਉਹਦੇ ਕੋਲ ਕੇਵਲ ਮੁਨਾਫਾ, ਆਪਣਾ ਪੈਸਾ ਲੁੱਟਣ ਤੇ ਲੋਕਾਂ ਨੂੰ ਗੁੰਮਰਾਹ ਕਰਨ, ਤੇ ਪੰਜਾਬ ਦੇ ਵਿੱਚ ਕੇਵਲ 2022 ਚ ਗੁੰਮਰਾਹ ਕਰਕੇ ਵੋਟਾਂ ਲੈਣ ਤੋਂ ਬਿਨਾਂ ਪੰਜਾਬ ਦੇ ਭਵਿੱਖ ਦਾ ਕੋਈ ਏਜੰਡਾ ਨਹੀਂ ਹੈ। ਅਸਲ 'ਚ ਏਜੰਡੇ ਤੇ ਗੱਲ ਹੀ ਨਹੀਂ ਹੋ ਰਹੀ। ਸਾਡਾ ਇਹ ਏਜੰਡਾ ਹੀ ਨਹੀਂ ਕਿ ਅਸੀਂ ਦੋਸਤੀ ਚਾਹੁੰਦੇ ਹਾਂ ਗੁਆਂਢੀ ਦੇਸ਼ਾਂ ਦੇ ਨਾਲ, ਸਾਡਾ ਇਹ ਏਜੰਡਾ ਹੀ ਨਹੀਂ ਕਿ ਅਸੀਂ ਫੈਡਰਲਿਜ਼ਮ ਚਾਹੁੰਦੇ ਹਾਂ, ਸਾਡਾ ਏਜੰਡਾ ਹੀ ਨਹੀਂ ਕਿ ਲੋਕਾਂ ਨੂੰ ਤਾਕਤਵਰ ਬਣਾਉਣਾ ਚਾਹੁੰਦੇ ਹਾਂ। ਅਸੀਂ ਗ੍ਰਾਮ ਸਭਾਵਾਂ ਤੱਕ ਜਾਂਦੇ ਹਾਂ, ਪਿੰਡ ਨੂੰ ਇਕਾਈ ਮੰਨ ਕੇ ਪਿੰਡ ਨੂੰ ਜੋੜਨਾ ਚਾਹੁੰਦੇ ਹਾਂ। ਕਿਸਾਨਾਂ ਨੂੰ ਵੀ ਇਹ ਸੋਚਣਾ ਪਏਗਾ ਤੇ ਬਾਕੀ ਨੂੰ ਵੀ, ਜਿਵੇਂ ਮਜ਼ਦੂਰ ਆਪਣੀ ਜਗ੍ਹਾ ਕਰ ਰਹੇ ਨੇ, ਮਜ਼ਦੂਰਾਂ ਦਾ ਵੀ ਫਾਈਨਾਂਸ ਦਾ ਏਜੰਡਾ ਨਾਲ ਲੈ ਲਓ, ਫਾਈਨਾਂਸ ਕੰਪਨੀਆਂ ਦਾ, ਜ਼ਮੀਨ ਪ੍ਰਾਪਤੀ ਸੰਘਰਸ਼ ਕਮੇਟੀ ਦਾ ਵੀ ਨਾਲ ਲੈ ਲਓ। ਜੇ ਸਾਂਝੀ ਸਟਰਗਲ ਹੋਏ ਪੰਜਾਬ ਨੂੰ ਬਚਾਉਣ ਦੇ ਵਾਸਤੇ, ਸਾਂਝਾ ਅੰਦੋਲਨ ਹੋਏ, ਕਿਸਾਨ ਜਥੇਬੰਦੀਆਂ ਵੀ 23-24 ਨੇ, ਉਹਦੇ 4-5 ਗਰੁੱਪ ਤਾਂ ਬਣੇ ਹੋਏ ਨੇ, ਬਾਕੀ ਇਕੱਠੇ ਦੇ, ਉਹ ਵੀ ਆਉਣ ਵਾਲੇ ਦਿਨਾਂ 'ਚ ਇਕੱਠੀਆਂ ਹੋਣ, ਪੰਜਾਬ ਦਾ ਸਿਆਸੀ ਪਾਰਟੀਆਂ ਵੀ ਇਕੱਠੀਆਂ ਹੋਣ, ਤੇ ਪੰਜਾਬ ਹੀ ਨਹੀਂ ਇਕੱਲਾ, ਹਰਿਆਣਾ ਦਾ ਕਿਸਾਨ ਵੀ ਅੰਦੋਲਨ ਤਾਂ ਅੱਜ ਵੀ ਜ਼ਿਲ੍ਹਿਆਂ ਦੇ ਵਿੱਚ ਧਰਨੇ ਦਿੱਤੇ ਨੇ। 20 ਤਰੀਕ ਨੂੰ ਰੋਡ ਜਾਮ ਦਾ, 27 ਤਰੀਕ ਨੂੰ ਯਾਤਰਾ ਕਰਨ ਦਾ ਜਿਹੜਾ ਸਟੇਟ 'ਚ ਹੈ, ਔਰ ਹੋਰਾਂ ਸੂਬਿਆਂ ਦੇ ਵਿੱਚ ਵੀ ਜਾ ਕੇ ਉਹਨਾਂ ਨੂੰ ਇਹਦੇ ਪ੍ਰਭਾਵ ਸਮਝਾਉਣੇ ਚਾਹੀਦੇ ਨੇ। ਔਰ ਜੇਕਰ ਉਸ ਪਾਸੇ ਵੱਲ ਚੱਲਿਆ ਜਾਏਗਾ ਤਾਂ ਸ਼ਾਇਦ ਜਿੱਡਾ ਵੱਡਾ ਹਮਲਾ ਹੈ ਉਹਨੂੰ ਜਵਾਬ ਦਿੱਤਾ ਜਾ ਸਕਦਾ। ਨਹੀਂ ਤਾਂ TV ਚੈਨਲਾਂ ਦੇ ਉੱਤੇ ਬੈਠ ਕੇ ਇੱਕ ਦੂਜੇ ਨੂੰ ਨੀਵਾਂ ਦਿਖਾਉਣ ਦਾ ਜਿਹੜਾ ਕੰਮ ਹੈ ਉਹ ਕੁੱਕੜ ਬਹਿਸ ਹੋ ਸਕਦੀ ਹੈ, ਤੇ ਇਦੋਂ ਵੱਧ ਉਹ ਮਤਲਬ ਗੰਭੀਰ ਬਹਿਸ ਨਹੀਂ ਹੋ ਸਕਦੀ, ਉਹ ਹੋਸੀ ਰਾਜਨੀਤੀ ਹੋ ਸਕਦੀ ਹੈ। ਪੰਜਾਬ ਦੇ ਭਵਿੱਖ ਲਈ ਚਿੰਤਾ ਔਰ ਚਿੰਤਨ ਕਰਨ ਵਾਲੇ ਬੰਦਿਆਂ ਦੀ ਬਹਿਸ ਨਹੀਂ ਹੈ। ਇਹ ਸਨ ਪੰਜਾਬੀ ਟ੍ਰਿਬਿਊਨ ਦੇ ਨਿਊਜ਼ ਕੋਆਰਡੀਨੇਟਰ ਸ਼੍ਰੀ ਹਮੀਰ ਸਿੰਘ ਜੀ, ਜਿਨ੍ਹਾਂ ਨੇ ਸਾਨੂੰ ਦੱਸਿਆ ਵੀ ਕਿ ਇਸ ਸਮੇਂ ਪੰਜਾਬ ਦੇ ਵਿੱਚ ਕਿਸਾਨੀ, ਦਲਿਤਾਂ, ਮਜ਼ਦੂਰਾਂ ਨੂੰ ਲੈ ਕੇ, ਮਾਈਕਰੋ ਫਾਈਨੈਂਸ ਕੰਪਨੀਆਂ ਦੇ ਖਿਲਾਫ, ਜ਼ਮੀਨ ਪ੍ਰਾਪਤੀ ਸੰਘਰਸ਼ ਕਮੇਟੀ ਵੱਲੋਂ ਹੋਰ ਵੀ ਕਈ ਜਿਹੜੇ ਹੈਗੇ ਮੁੱਦਿਆਂ ਨੂੰ ਲੈ ਕੇ ਸੰਘਰਸ਼ ਕੀਤੇ ਜਾ ਰਹੇ ਨੇ। ਇਹ ਕਿਸੇ ਇੱਕ ਵਰਗ ਨਾਲ ਸੰਬੰਧਿਤ ਸੰਘਰਸ਼ ਨਹੀਂ ਨੇ। ਇਸ ਲਈ ਸਾਨੂੰ ਜਿਹੜਾ ਹੈਗਾ ਸਾਰਿਆਂ ਨੂੰ ਰਾਜਨੀਤੀ ਤੋਂ ਉੱਪਰ ਉੱਠਦੇ, ਧੜੇਬੰਦੀ ਤੋਂ ਉੱਪਰ ਉੱਠਦੇ ਇਕੱਠੇ ਹੋ ਕੇ ਇਹਨਾਂ ਖਿਲਾਫ ਆਵਾਜ਼ ਚੁੱਕਣ ਦੀ ਲੋੜ ਹੈ, ਤਾਂ ਜੋ ਜਿਹੜਾ ਪੰਜਾਬ ਦੇ ਵਿੱਚ ਖੇਤੀਬਾੜੀ, ਕਿਸਾਨੀ ਸਮੇਤ ਹੋਰਨਾਂ ਵਰਗਾਂ ਨੂੰ ਜਿਹੜਾ ਹੈਗਾ ਬਚਾਇਆ ਜਾ ਸਕੇ। ਕੱਲ੍ਹ ਨੂੰ ਇਸੇ ਸਮੇਂ ਫਿਰ ਮਿਲਾਂਗੇ ਪ੍ਰੋਗਰਾਮ ਵੇਲੇ ਦੀ ਗੱਲ ਵਿੱਚ। ਧੰਨਵਾਦ।